प्यारे विद्यार्थियों, मैं सुखविंदर सिंह साइंस मास्टर सरकारी सीनियर सैकेंडरी स्कूल मंडी अमीनगंज। ਅੱਜ ਅਸੀਂ 8ਵੀਂ ਜਮਾਤ ਦਾ ਪਾਠ 11ਵਾਂ ਬਲ ਅਤੇ ਦਾ ਪੜ੍ਹਾਂਗੇ। ਸਭ ਤੋਂ ਪਹਿਲਾਂ ਅਸੀਂ ਬਲ ਬਾਰੇ ਜਾਣਦੇ ਹਾਂ ਕਿ ਬਲ ਕੀ ਹੁੰਦਾ ਹੈ। ਜਿਹੜਾ ਬਲ ਹੁੰਦਾ ਹੈ ਇਹ ਧੱਕਣਾ ਜਾਂ ਖਿੱਚਣਾ ਹੁੰਦਾ ਹੈ, ਜਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਫੋਰਸ ਇੱਕ ਪੁਸ਼ ਹੈ ਜਾਂ ਪੁੱਲ ਹੈ। प्यारे बच्चों, चुकना, खोलना, बंद करना, ठोकर मारना, हिट करना, सट मारना, धक्का देना, खिंचना आदि जिहियां क्रियावां जो अक्सर कुछ कामां दा वर्णन करन लई वरतीਆਂ ਜਾਂਦੀਆਂ ਹਨ। ਇਹਨਾਂ ਵਿੱਚ ਹਰ ਇੱਕ ਕੰਮ ਆਮ ਤੌਰ ਤੇ ਵਸਤੂ ਦੀ ਗਤੀ ਦੀ ਕਿਸਮ ਦਾ ਪਰਿਵਰਤਨ ਲਿਆਉਣ ਲਈ ਯਤਨ ਕਰਦਾ ਹੈ। ਕਿ ਇਹਨਾਂ ਸ਼ਬਦਾਂ ਦੀ ਥਾਂ ਇੱਕ ਵਧੇਰੇ ਢੁਕਵਾਂ ਸ਼ਬਦ ਅਸੀਂ ਵਰਤ ਸਕਦੇ ਹਾਂ। ਕਿਉਂਕਿ ਇਹ ਜਿਹੜੇ ਜਿੰਨੇ ਵੀ ਕੰਮ ਨੇ ਇਹ ਸਾਰੇ ਬਲ ਨਾਲ ਹੁੰਦੇ ਨੇ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਇਹ ਆਪਣੇ ਕੋਲ ਇੱਕ ਖਿਡਾਰੀ ਗੇਂਦ ਨੂੰ ਪਕੜ ਰਿਹਾ ਹੈ, ਇਸ ਦੀ ਗਤੀ ਨੂੰ ਰੋਕ ਰਿਹਾ ਹੈ। ਐਵੇਂ ਹੀ ਦੂਸਰਾ ਖਿਡਾਰੀ ਹਾਕੀ ਨਾਲ ਗੇਂਦ ਦੀ ਗਤੀ ਅਤੇ ਦਿਸ਼ਾ ਨੂੰ ਬਦਲ ਰਿਹਾ ਹੈ। ਐਵੇਂ ਇੱਥੇ ਇੱਕ ਹੋਰ ਖਿਡਾਰੀ ਗੇਂਦ ਦੀ ਗਤੀ ਨੂੰ ਰੋਕ ਰਿਹਾ ਹੈ। ਜਿਵੇਂ ਕਿ ਤੁਸੀਂ ਨੀਚੇ ਦੇਖ ਰਹੇ ਹੋ, ਇੱਥੇ ਇੱਕ ਪਰਸਨ, ਇੱਕ ਆਦਮੀ ਇੱਕ ਕਾਰ ਨੂੰ ਧੱਕਾ ਦੇ ਰਿਹਾ। ਐਵੇਂ ਇੱਥੇ ਇੱਕ A ਤੇ B ਦੋ ਪਰਸਨ ਨੇ ਜਿਹੜੇ ਇੱਕ ਬਲੋਕ ਨੂੰ ਧੱਕ ਰਹੇ ਨੇ ਇੱਕ ਦੂਜੇ ਦੇ ਵਿਰੁੱਧ, ਪਰ ਬਲੋਕ ਦੀ ਗਤੀ 'ਚ ਕੋਈ ਫਰਕ ਨਹੀਂ ਪੈ ਰਿਹਾ। ਇੱਥੇ ਦੋਵੇਂ ਇੱਕੋ ਪਾਸੇ ਬਲੋਕ ਨੂੰ ਧੱਕ ਰਹੇ ਨੇ ਤੇ ਬਲੋਕ ਦੀ ਗਤੀ ਇੱਧਰ ਨੂੰ ਹੋ ਰਹੀ ਤੇ ਸਾਰੀਆਂ ਹਾਲਤਾਂ ਦੇ ਵਿੱਚ ਕੀ ਲੱਗ ਰਿਹਾ? ਬਲ ਲੱਗ ਰਿਹਾ। ਫਿਰ ਅਸੀਂ ਕਹਿ ਸਕਦੇ ਹਾਂ ਕਿ ਬਲ ਇੱਕ ਤਰ੍ਹਾਂ ਦਾ ਕੀ ਹੈ? ਧੱਕਣਾ ਜਾਂ ਖਿੱਚਣਾ। ਆਓ ਹੁਣ ਅਸੀਂ ਇਹ ਜਾਣਦੇ ਹਾਂ ਕਿ ਬਲ ਹਮੇਸ਼ਾ ਕਿਸੇ ਇਕੱਲੀ ਵਸਤੂ ਤੇ ਲੱਗ ਸਕਦਾ ਹੈ ਜਾਂ ਫਿਰ ਬਲ ਦੋ ਵਸਤੂਆਂ ਦੀ ਪਰਸਪਰ ਕਿਰਿਆ ਹੈ। ਹੁਣ ਅਸੀਂ ਇਹ ਜਾਣਦੇ ਹਾਂ ਕਿ ਬਲ ਪਰਸਪਰ ਕਿਰਿਆ ਦੇ ਕਾਰਨ ਲੱਗਦੇ ਹਨ ਕਿ ਕੋਈ ਇਕੱਲੀ ਵਸਤੂ ਵੀ ਬਲ ਲਗਾ ਸਕਦੀ ਹੈ। ਅਜਿਹਾ ਕਦੇ ਨਹੀਂ ਹੋਏਗਾ। ਜਿਵੇਂ ਤੁਸੀਂ ਇਹ ਦੇਖ ਰਹੇ ਹੋ, ਇੱਕ ਆਦਮੀ ਕਾਰ ਦੇ ਪਿੱਛੇ ਖੜਿਆ, ਇਹਨੂੰ ਧੱਕ ਨਹੀਂ ਰਿਹਾ, ਤਾਂ ਇਸ ਨਾਲ ਇਸ ਕਾਰ ਤੇ ਕੋਈ ਬਲ ਨਹੀਂ ਲੱਗੇਗਾ। ਜਿਹੜੀ ਆਪਣੇ ਕੋਲ ਕਾਰ ਦਿਖਾਈ ਦੇ ਰਹੀ ਹੈ, ਇਸ ਉੱਪਰ ਇਸ ਆਦਮੀ ਦੁਆਰਾ ਕੋਈ ਇੰਟਰੈਕਸ਼ਨ ਨਹੀਂ ਹੈਗੀ, ਕੋਈ ਇਸ ਦਾ ਇਸ ਕਾਰ ਦੇ ਨਾਲ ਸੰਬੰਧ ਨਹੀਂ, ਇਸ ਕਰਕੇ ਇਸ ਦੁਆਰਾ ਕੋਈ ਬਲ ਨਹੀਂ ਲੱਗੇਗਾ। ਪਰ ਦੂਸਰੀ ਸਥਿਤੀ 'ਚ ਇਹ ਆਦਮੀ ਇਸ ਕਾਰ ਨੂੰ ਧੱਕ ਰਿਹਾ ਤੇ ਇਸ ਸਥਿਤੀ ਦੇ ਵਿੱਚ ਇਹ ਕਾਰ ਦੀ ਗਤੀ 'ਚ ਫਰਕ ਪਏਗਾ, ਇਹ ਕਾਰ ਦੀ ਗਤੀ ਬਦਲ ਜਾਏਗੀ ਤੇ ਇਸ ਸਥਿਤੀ ਦੇ ਵਿੱਚ ਬਲ ਲੱਗ ਰਿਹਾ। ਹੁਣ ਤੁਸੀਂ ਜਿਵੇਂ ਆ ਦੇਖ ਰਹੇ ਹੋ, ਇਹਨਾਂ ਦੋਨਾਂ ਲੜਕੀਆਂ ਵਿੱਚੋਂ ਕੌਣ ਕਿਸ ਨੂੰ ਖਿੱਚ ਰਿਹਾ ਜਾਂ ਧੱਕ ਰਿਹਾ? ਇਹ ਦੋਵੇਂ ਹੀ ਇੱਕ ਦੂਜੇ ਨੂੰ ਧੱਕ ਰਹੀਆਂ ਨੇ। ਇਸ ਦਾ ਮਤਲਬ ਹੈ ਕਿ ਜਿਹੜਾ ਬਲ ਹੈ ਇਹ ਦੋ ਵਸਤੂਆਂ ਦੀ ਪਰਸਪਰ ਕਿਰਿਆ ਹੈ। ਇਸੇ ਤਰ੍ਹਾਂ ਹੀ ਜਿਵੇਂ ਇੱਥੇ ਦੋ ਲੜਕੀਆਂ ਇੱਕ ਦੂਜੇ ਨੂੰ ਆਪਸ ਵਿੱਚ ਖਿੱਚ ਰਹੀਆਂ ਨੇ, ਤੇ ਇੱਥੇ ਵੀ ਜਿਹੜਾ ਬਲ ਹੈ ਉਹ ਦੋਨਾਂ ਦੇ ਪਰਸਪਰ ਸੰਪਰਕ ਕਰਨੀ ਲੱਗ ਰਿਹਾ। ਹੁਣ ਦੇਖੋ, ਇੱਥੇ ਇੱਕ ਆਦਮੀ ਇੱਕ ਗਾਂ ਨੂੰ ਖਿੱਚ ਰਿਹਾ ਤੇ ਗਾਂ ਨੂੰ ਇਹ ਲੱਗ ਰਿਹਾ ਹੋਵੇਗਾ ਕਿ ਮੈਂ ਆਦਮੀ ਨੂੰ ਖਿੱਚ ਰਹੀ ਹਾਂ। ਇੱਥੋਂ ਇਹ ਸਿੱਧ ਹੋਇਆ ਕਿ ਜਿਹੜਾ ਬਲ ਹੈ ਇਹ ਦੋ ਵਸਤੂਆਂ ਦੀ ਇੰਟਰੈਕਸ਼ਨ ਕਰਨ ਲੱਗਦਾ ਹੈ, ਜਾਂ ਫਿਰ ਕਹਿ ਸਕਦੇ ਹਾਂ ਕਿ ਬਲ ਦੋ ਵਸਤੂਆਂ ਦੀ ਪਰਸਪਰ ਕਿਰਿਆ। ਇਹਨਾਂ ਉਦਾਹਰਨਾਂ ਤੋਂ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਬਲ ਲੱਗਣ ਦੇ ਲਈ ਘੱਟੋ ਘੱਟ ਦੋ ਵਸਤੂਆਂ ਵਿੱਚ ਪਰਸਪਰ ਕਿਰਿਆ ਹੋਣੀ ਜ਼ਰੂਰੀ ਹੈ। ਇਸੇ ਤਰ੍ਹਾਂ ਦੋ ਵਸਤੂਆਂ ਵਿੱਚ ਪਰਸਪਰ ਕਿਰਿਆ ਕਾਰਨ ਬਲ ਲੱਗਦਾ ਹੈ। ਅਸੀਂ ਜਾਣਦੇ ਹਾਂ ਕਿ ਬਲ ਵਸਤੂ ਦੀ ਗਤੀ ਵਿੱਚ ਪਰਿਵਰਤਨ ਕਰ ਸਕਦਾ ਹੈ। ਆਓ ਜਾਣੀਏ ਕਿ ਬਲ ਵਸਤੂ ਦੀ ਗਤੀ 'ਚ ਕਿਵੇਂ ਪਰਿਵਰਤਨ ਕਰਦਾ ਹੈ। ਦੇਖੋ, ਆਪਣੇ ਕੋਲ ਇਹ ਇੱਕ ਸਾਈਕਲ ਦਾ ਟਾਇਰ ਹੈ ਜਿਸ ਨੂੰ ਬੱਚਾ ਇੱਕ ਸਟਿੱਕ ਦੇ ਨਾਲ ਚਲਾ ਰਿਹਾ ਤੇ ਇਹ ਸਟਿੱਕ ਦੀ ਸਹਾਇਤਾ ਨਾਲ ਇਸ ਨੂੰ ਧੱਕਾ ਦੇ ਰਿਹਾ, ਜਿਸ ਨਾਲ ਲਗਾਤਾਰ ਇਸ ਦੀ ਗਤੀ 'ਚ ਪਰਿਵਰਤਨ ਹੋ ਰਿਹਾ। ਦੂਸਰੀ ਵਿਗਤ ਵਿੱਚ ਅਸੀਂ ਇਹ ਵੇਖ ਰਹੇ ਹਾਂ ਕਿ ਜਿਹੜਾ ਗੇਂਦ ਹੈ, ਫੁੱਟਬਾਲ ਹੈ, ਉਸ ਦੀ ਸਥਿਤੀ ਬਦਲ ਰਹੀ ਹੈ ਜਦੋਂ ਇਹ ਕਿਸੇ ਦੀਵਾਰ ਨਾਲ ਟਕਰਾ ਰਿਹਾ। ਤੀਸਰੀ ਸਥਿਤੀ ਦੇ ਵਿੱਚ ਇੱਕ ਖਿਡਾਰੀ ਗੇਂਦ ਨੂੰ ਆਪਣੇ ਹੱਥਾਂ ਦੇ ਦੁਆਰਾ ਧੱਕਾ ਦੇ ਕੇ ਰੋਕ ਰਿਹਾ। ਚੌਥੀ ਸਥਿਤੀ ਦੇ ਵਿੱਚ ਇੱਕ ਖਿਡਾਰੀ ਫੁੱਟਬਾਲ ਤੇ ਬਲ ਲਗਾ ਕੇ ਉਸ ਦੀ ਦਿਸ਼ਾ ਅਤੇ ਅਵਸਥਾ ਦੇ ਵਿੱਚ ਪਰਿਵਰਤਨ ਲਿਆ ਰਿਹਾ। ਫਿਰ ਬੱਚਿਓ, ਸਾਨੂੰ ਪਤਾ ਹੈ ਕਿ ਸਾਡੇ ਕੋਲ ਦੋ ਤਰ੍ਹਾਂ ਦੀਆਂ ਅਵਸਥਾਵਾਂ ਹੁੰਦੀਆਂ ਨੇ। ਇੱਕ ਹੁੰਦੀ ਸਾਡੇ ਕੋਲ ਵਿਰਾਮ ਅਵਸਥਾ ਤੇ ਦੂਸਰੀ ਸਾਡੇ ਕੋਲ ਹੁੰਦੀ ਹੈ ਗਤੀਮਾਨ ਅਵਸਥਾ। ਜੇਕਰ ਅਸੀਂ ਕਿਸੇ ਵਿਰਾਮ ਅਵਸਥਾ ਵਾਲੀ ਵਸਤੂ ਤੇ, ਮੰਨ ਲਓ ਕੋਈ ਵਸਤੂ ਪਹਿਲਾਂ ਵਿਰਾਮ ਅਵਸਥਾ 'ਚ, ਉਸ ਉੱਪਰ ਅਸੀਂ ਬਲ ਲਗਾਉਂਦੇ ਹਾਂ ਤੇ ਇਹ ਗਤੀਮਾਨ ਹੋ ਜਾਏਗੀ। ਇਸੇ ਤਰ੍ਹਾਂ ਜੇਕਰ ਅਸੀਂ ਗਤੀਮਾਨ ਵਸਤੂ ਤੇ ਬਲ ਲਗਾਉਂਦੇ ਹਾਂ ਤੇ
ਇਹ ਵਸਤੂ ਗਤੀਮਾਨ ਹੋ ਜਾਏਗੀ। ਦੂਸਰੇ ਪਾਸੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜਾ ਬਲ ਹੈ ਉਹ ਵਸਤੂ ਦੀ ਵਿਰਾਮ ਅਵਸਥਾ ਤੋਂ ਗਤੀਮਾਨ 'ਚ ਕਰ ਸਕਦਾ ਹੈ ਤੇ ਗਤੀਮਾਨ ਅਵਸਥਾ ਨੂੰ ਵਿਰਾਮ ਅਵਸਥਾ 'ਚ ਵੀ ਕਰ ਸਕਦਾ ਹੈ। ਉਹ ਕਿੱਦਾਂ? ਦੇਖੋ, ਜੇਕਰ ਗਤੀਮਾਨ ਵਸਤੂ ਹੈ ਇਹ ਇੱਧਰ ਇਸ ਦਿਸ਼ਾ 'ਚ ਗਤੀ ਕਰ ਰਹੀ ਹੈ, ਇਸ ਦੇ ਉਲਟ ਅਸੀਂ ਇਸ 'ਤੇ ਬਲ ਲਗਾ ਦਿੰਦੇ ਹਾਂ ਤੇ ਇਹ ਵਸਤੂ ਵਿਰਾਮ ਅਵਸਥਾ 'ਚ ਆ ਜਾਏਗੀ। ਹੁਣ ਅਸੀਂ ਇਹ ਜਾਣਦੇ ਹਾਂ ਕਿ ਬਲ ਵਸਤੂ ਦੀ ਦਿਸ਼ਾ ਕਿਵੇਂ ਬਦਲਦਾ ਹੈ। ਮੰਨ ਲਓ ਕੋਈ ਵਸਤੂ ਹੈ, ਆਪਣੇ ਕੋਲ ਇੱਕ ਵਸਤੂ ਹੈ ਜਿਸ ਤੇ ਅਸੀਂ ਜੇਕਰ ਮੰਨ ਲਓ ਇਸ ਦੀ ਦਿਸ਼ਾ, ਮੰਨ ਲਓ ਇੱਧਰ ਇਹ ਗਤੀਮਾਨ ਕਰ ਰਹੀ ਹੈ, ਇਹ ਗਤੀ ਦੀ ਦਿਸ਼ਾ ਹੈ, ਇਹ ਵਸਤੂ ਦੀ ਗਤੀ ਦੀ ਦਿਸ਼ਾ ਹੈ। ਜੇਕਰ ਅਸੀਂ ਗਤੀ ਦੀ ਦਿਸ਼ਾ ਤੋਂ ਬਲ ਇਸ ਤਰ੍ਹਾਂ ਲਗਾਉਂਦੇ ਹਾਂ ਕਿ ਉਹ ਇਸ ਦੇ 0 ਡਿਗਰੀ ਅਤੇ 90 ਡਿਗਰੀ ਦੀ ਦਿਸ਼ਾ 'ਚ ਹੋਵੇ। ਮੰਨ ਲਓ ਜਿਹੜਾ ਇਹ ਵਾਲਾ ਕੋਣ ਹੋਣਾ ਚਾਹੀਦਾ, ਇਹ ਜਿਹੜਾ ਥੀਟਾ ਹੈ ਇਹ ਹੋਣਾ ਚਾਹੀਦਾ ਲੈਸ ਦੈਨ 90 ਡਿਗਰੀ ਔਰ ਗ੍ਰੇਟਰ ਦੈਨ 0 ਡਿਗਰੀ। ਜਦੋਂ ਇਹ 90 ਤੇ 0 ਦੇ ਵਿਚਕਾਰ ਹੋਏਗਾ ਤੇ ਕੀ ਹੋਏਗਾ? ਵਸਤੂ ਦੀ ਗਤੀ ਵਿੱਚ ਵੀ ਪਰਿਵਰਤਨ ਆਵੇਗਾ ਤੇ ਉਸ ਦੀ ਦਿਸ਼ਾ ਵੀ ਬਦਲੇਗੀ, ਗਤੀ 'ਚ ਵਾਧਾ ਹੋਏਗਾ, ਗਤੀ ਵਧੇਗੀ। ਜੇਕਰ ਇਹ ਬਲ ਅਸੀਂ ਵਸਤੂ ਦੀ ਗਤੀ ਦੀ ਦਿਸ਼ਾ ਇਹ ਵਾਲੀ ਹੈ, ਜੇਕਰ ਅਸੀਂ ਇਹ ਬਲ ਇਸ ਤਰ੍ਹਾਂ ਲਗਾ ਦਈਏ ਇਹ ਕੀ ਕਰੇਗਾ? ਮੰਨ ਲਓ ਜਿਹੜਾ ਆਪਣੇ ਕੋਲ ਐਂਗਲ ਹੈ ਥੀਟਾ ਹੈ, ਜੇਕਰ ਇਹ 180 ਤੋਂ ਡਿਗਰੀ ਤੋਂ 90 ਦੇ ਵਿਚਕਾਰ ਹੈ, ਇਹ ਕੀ ਕਰੇਗਾ? ਦਿਸ਼ਾ 'ਚ ਪਰਿਵਰਤਨ ਕਰੇਗਾ, ਵਸਤੂ ਦੀ ਦਿਸ਼ਾ 'ਚ ਵੀ ਪਰਿਵਰਤਨ ਲਿਆਏਗਾ ਔਰ ਚਾਲ 'ਚ ਵੀ। ਚਾਲ ਕੀ ਹੋਏਗੀ? ਘਟੇਗੀ। ਇੱਥੇ ਚਾਲ 'ਚ ਕੀ ਹੋਏਗਾ? ਵਾਧਾ ਹੋਏਗਾ, ਇੱਥੇ ਚਾਲ 'ਚ ਹਾਨੀ ਹੋਏਗੀ, ਚਾਲ ਘਟੇਗੀ। ਜੇਕਰ ਅਸੀਂ ਕਿਸੇ ਵਸਤੂ ਤੇ ਬਲ ਉਸ ਦੀ ਗਤੀ ਦੀ ਦਿਸ਼ਾ ਦੇ, ਇਹ ਗਤੀ ਦੀ ਦਿਸ਼ਾ ਹੈ, ਉਸ ਦੇ 90 ਡਿਗਰੀ ਤੇ ਲਗਾਉਂਦੇ ਹਾਂ ਤੇ ਕੀ ਹੋਏਗਾ? ਕੇਵਲ ਗਤੀ ਨਹੀਂ ਬਦਲੇਗੀ, ਗਤੀ ਸੇਮ ਰਹੇਗੀ, ਦਿਸ਼ਾ ਬਦਲੇਗੀ, ਸਿਰਫ ਦਿਸ਼ਾ ਬਦਲੇਗੀ। ਬਲ ਕਿਸੇ ਵਸਤੂ ਦੀ ਬਣਾਵਟ ਵਿੱਚ ਪਰਿਵਰਤਨ ਕਰ ਸਕਦਾ ਹੈ। ਅਸੀਂ ਜਾਣਦੇ ਹਾਂ, ਤੁਸੀਂ ਜਾਣਦੇ ਹੋ ਕਿ ਜਿਵੇਂ ਜਦੋਂ ਵੀ ਅਸੀਂ ਕਿਸੇ ਗੁਬਾਰੇ ਨੂੰ ਦਬਾਉਂਦੇ ਹਾਂ ਤੇ ਉਸ ਦੀ ਸ਼ਕਲ ਬਦਲ ਜਾਂਦੀ ਹੈ ਤੇ ਆਪਾਂ ਗੁਬਾਰੇ ਨੂੰ ਦਬਾਉਣ ਲਈ ਕਿਸ ਦੀ ਵਰਤੋਂ ਕਰਦੇ ਹਾਂ? ਬਲ ਦੀ। ਇਸੇ ਤਰ੍ਹਾਂ ਅਸੀਂ ਜਦੋਂ ਰੋਟੀ ਨੂੰ ਵੇਲਦੇ ਹਾਂ ਤੇ ਅਸੀਂ ਬਲ ਦਾ ਉਪਯੋਗ ਕਰਦੇ ਹਾਂ, ਜਿਸ ਨਾਲ ਰੋਟੀ ਦੀ ਸ਼ਕਲ 'ਚ ਲਗਾਤਾਰ ਪਰਿਵਰਤਨ ਆਉਂਦਾ ਰਹਿੰਦਾ ਹੈ। ਜਦੋਂ ਆਟਾ ਗੁੰਨਿਆ ਜਾਂਦਾ ਹੈ ਤੇ ਬਲ ਦੁਆਰਾ ਲਗਾਤਾਰ ਉਸ ਦੀ ਸ਼ਕਲ ਵਿੱਚ ਪਰਿਵਰਤਨ ਆਉਂਦਾ ਰਹਿੰਦਾ ਹੈ। ਅਸੀਂ ਕਿਸੇ ਰਬੜ ਬੈਂਡ ਨੂੰ ਆਪਣੀਆਂ ਉਂਗਲੀਆਂ ਦੁਆਰਾ ਉਸ ਦੀ ਸ਼ਕਲ 'ਚ ਪਰਿਵਰਤਨ ਕਰ ਸਕਦੇ ਹਾਂ। ਹੁਣ ਇਹਨਾਂ ਸਾਰੀਆਂ ਉਪਰੋਕਤ ਕਿਰਿਆਵਾਂ ਤੋਂ ਅਸੀਂ ਇਹ ਜਾਣਦੇ ਹਾਂ ਕਿ ਕਿਸੇ ਵਸਤੂ ਨੂੰ ਵਿਰਾਮ ਅਵਸਥਾ ਤੋਂ ਗਤੀ ਵਿੱਚ ਲਿਆ ਸਕਦਾ ਹੈ ਬਲ। ਜਿਹੜਾ ਬਲ ਹੈ ਗਤੀਸ਼ੀਲ ਵਸਤੂ ਦੀ ਚਾਲ ਵਿੱਚ ਪਰਿਵਰਤਨ ਲਿਆ ਸਕਦਾ ਹੈ, ਉਸ ਦੀ ਚਾਲ ਦੇ ਵਿੱਚ ਵਾਧਾ ਵੀ ਕਰ ਸਕਦਾ ਹੈ, ਉਸ ਦੀ ਚਾਲ ਨੂੰ ਘਟਾ ਵੀ ਸਕਦਾ ਹੈ। ਗਤੀਸ਼ੀਲ ਵਸਤੂ ਦੀ ਦਿਸ਼ਾ ਵਿੱਚ ਪਰਿਵਰਤਨ ਕਰ ਸਕਦਾ ਹੈ। ਮੰਨ ਲਓ ਕੋਈ ਵਸਤੂ ਹੈ, ਉਸ ਦੀ ਦਿਸ਼ਾ 'ਚ ਪਰਿਵਰਤਨ ਕਰ ਸਕਦਾ ਹੈ। ਜਦੋਂ ਵੀ ਬਲ ਅਸੀਂ 0 ਡਿਗਰੀ ਜਾਂ 180 ਡਿਗਰੀ ਨੂੰ ਛੱਡ ਕੇ ਜਦੋਂ ਵੀ ਬਲ ਕਿਸੇ ਹੋਰ ਐਂਗਲ ਤੇ ਉਸ ਵਸਤੂ ਤੇ ਲੱਗੇਗਾ ਤੇ ਉਹ ਉਸ ਦੀ ਦਿਸ਼ਾ 'ਚ ਪਰਿਵਰਤਨ ਲਿਆਵੇਗਾ। ਵਸਤੂ ਦੀ ਸ਼ਕਲ ਦੇ ਵਿੱਚ ਵੀ ਪਰਿਵਰਤਨ ਲਿਆ ਸਕਦਾ ਹੈ। ਇਹਨਾਂ ਸਾਰੇ ਕੁਝ ਜਾਂ ਸਾਰੇ ਪ੍ਰਭਾਵਾਂ ਨੂੰ ਪੈਦਾ ਕਰ ਸਕਦਾ ਹੈ। ਇਹ ਸਾਰੇ ਪ੍ਰਭਾਵ ਵੀ ਪੈਦਾ ਕਰ ਸਕਦਾ ਹੈ ਜਾਂ ਫਿਰ ਇਹਨਾਂ 'ਚੋਂ ਕੁਝ ਕਰ ਸਕਦਾ ਹੈ।